ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਸੁਖਮਨੀ ਸਾਹਿਬ ਜੀ ਦਾ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਤੇ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦੀ ਸੋਚੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। प्रभ की आज्ञा आत्म हितावे, जीवन मुक्त सोऊ कहावे। प्रभ की आज्ञा आत्म हितावे। जो प्रभु की आज्ञा ਨੂੰ ਸੱਚੇ ਮਨ ਨਾਲ ਮੰਨਦਾ ਹੈ, ਪ੍ਰਭ ਕੀ ਆਗਿਆ ਜੋ ਪ੍ਰਭੂ ਦੀ ਆਗਿਆ ਨੂੰ ਆਤਮ ਹਿਤਾਵੇ ਸੱਚੇ ਮਨ ਨਾਲ ਮੰਨਦਾ ਹੈ, ਜੀਵਨ ਮੁਕਤ ਸੋਊ ਕਹਾਵੇ। ਉਹੀ ਜੀਵਨ ਮੁਕਤ ਅਖਵਾਉਂਦਾ ਹੈ। ਸੋਊ ਕਹਾਵੇ, ਉਹ ਕੀ ਅਖਵਾਉਂਦਾ ਹੈ? ਜੀਵਨ ਮੁਕਤ ਅਖਵਾਉਂਦਾ ਹੈ। ਤੈਸਾ ਹਰਕ ਤੈਸਾ ਉਸ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ। ਉਸ ਵਾਸਤੇ ਜਿਵੇਂ ਖੁਸ਼ੀ ਦਾ ਵੇਲਾ ਹੁੰਦਾ ਹੈ, ਹਰਕ ਖੁਸ਼ੀ ਦਾ ਵੇਲਾ, ਗਮੀ ਦੇ ਵੇਲੇ ਨੂੰ ਵੀ ਉਹ ਤਿਵੇਂ ਹੀ ਮਹਿਸੂਸ ਕਰਦਾ ਹੈ। ਤੈਸਾ ਉਸ ਸੋਗ, ਤੈਸਾ ਹਰਕ ਜਿਸ ਤਰ੍ਹਾਂ ਦੀ ਖੁਸ਼ੀ ਹੈ, ਤੈਸਾ ਉਸ ਸੋਗ, ਗਮੀ ਵੀ ਉਸੇ ਤਰ੍ਹਾਂ ਦੀ ਹੈ। ਉਸ ਮਤਲਬ ਖੁਸ਼ੀ ਤੇ ਗਮੀ ਉਸ ਦੇ ਉੱਤੇ ਕੋਈ ਵੀ ਪ੍ਰਭਾਵ ਨਹੀਂ ਪਾਉਂਦੇ। ਉਸ ਦੇ ਲਈ ਖੁਸ਼ੀ ਤੇ ਗਮੀ ਇੱਕੋ ਤਰ੍ਹਾਂ ਹੀ ਹਨ। ਸਦਾ ਅਨੰਤ ਹੈ ਨਹੀਂ ਵਿਯੋਗ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। ਤੈ ਨਹੀਂ ਵਿਯੋਗ, ਕਿਉਂਕਿ ਉੱਥੇ ਵਿਛੋੜਾ ਨਹੀਂ ਹੁੰਦਾ, ਕਿਉਂਕਿ ਉਸ ਦੀ ਆਤਮਾ ਤਾਂ ਉਸ ਪ੍ਰਭੂ ਪਰਮੇਸ਼ਵਰ ਨਾਲ ਜੁੜੀ ਰਹਿੰਦੀ ਹੈ ਤੇ ਉਸ ਦੇ ਮਨ ਦੇ ਅੰਦਰ ਆਨੰਦੀ ਖੇੜਾ ਬਣਿਆ ਰਹਿੰਦਾ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਉਸ ਵਾਸਤੇ ਸੋਨੇ ਤੇ ਮਿੱਟੀ ਵਿੱਚ ਕੋਈ ਫਰਕ ਨਹੀਂ ਹੁੰਦਾ। ਸਵਰਨ ਸੋਨਾ, ਮਾਟੀ ਮਿੱਟੀ, ਉਸ ਦੇ ਵਾਸਤੇ ਸੋਨੇ ਤੇ ਮਿੱਟੀ ਵਿੱਚ ਕੋਈ ਫਰਕ ਨਹੀਂ ਹੁੰਦਾ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਉਸ ਵਾਸਤੇ ਮਿੱਠਾ, ਅੰਮ੍ਰਿਤ ਕੀ ਹੈ? ਮਿੱਠਾ। ਤੈਸੀ ਬਿਖ ਖਾਟੀ, ਬਿਖ ਕੋੜਾ, ਜ਼ਹਿਰ ਵਰਗਾ। ਮਿੱਠਾ ਅਤੇ ਕੋੜਾ ਦੋਵੇਂ ਬਰਾਬਰ ਹੀ ਹੁੰਦੇ ਹਨ। ਤੈਸਾ ਮਾਨ ਤੈਸਾ ਅਭਿਮਾਨ, ਉਹ ਆਦਰ, ਮਾਨ ਸਨਮਾਨ, ਆਦਰ, ਅਭਿਮਾਨ ਹੰਕਾਰ, ਉਹ ਆਦਰ ਅਤੇ ਅਹੰਕਾਰ ਦੀ ਵੀ ਪਰਵਾਹ ਨਹੀਂ ਕਰਦਾ। ਤੈਸਾ ਰੰਗ ਤੈਸਾ ਰਾਜਾਨ, ਰੰਗ ਹੁੰਦੇ ਗਰੀਬ, ਕੰਗਾਲ, ਤੇ ਰਾਜਾਨ ਰਾਜਾ, ਉਹ ਕੰਗਾਲ ਤੇ ਅਮੀਰ ਨੂੰ ਵੀ ਇੱਕੋ ਜਿਹੇ ਹੀ ਮੰਨਦਾ ਹੈ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਜੋ ਪ੍ਰਭੂ ਦੇ ਕੀਤੇ ਹੋਏ ਨੂੰ ਜ਼ਿੰਦਗੀ ਵਾਸਤੇ ਠੀਕ ਮੰਨਦਾ ਹੈ, ਜੋ ਵਰਤਾਏ ਕਿ ਸਾਡੇ ਨਾਲ ਜੋ ਵੀ ਭਾਣਾ ਵਰਤ ਗਿਆ, ਚਾਹੇ ਉਹ ਚੰਗਾ ਹੈ ਜੋ ਮਾੜਾ ਹੈ, ਉਸ ਨੂੰ ਉਹ ਜ਼ਿੰਦਗੀ ਵਾਸਤੇ ਠੀਕ ਸਮਝਦਾ ਹੈ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਉਹ ਮਨੁੱਖ ਜੀਵਨ ਮੁਕਤ ਕਿਹਾ ਜਾਂਦਾ ਹੈ ਕਿ ਉਸ ਨੂੰ ਜੀਵਨ ਮੁਕਤੀ ਦੀ ਇਹ ਪਦਵੀ ਮਿਲ ਜਾਂਦੀ ਹੈ ਕਿ ਉਹ ਇੱਥੇ ਰਹਿ ਕੇ ਗ੍ਰਸਤੀ ਦਾ ਜੀਵਨ ਜਿਉਂਦਾ ਹੋਇਆ ਵੀ ਉਹ ਜੀਵਨ ਮੁਕਤ ਹੈ। ਇਸ ਨੂੰ ਬਿਆਨ ਕਰਦੀ ਇੱਕ ਸਾਖੀ ਹੈ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਕਿ ਕਿਸੇ ਦੇਸ਼ ਦਾ ਇੱਕ ਰਾਜਾ ਸੀ, ਉਸ ਦੇ ਘਰ ਵਿੱਚ ਸੰਤਾਨ ਨਹੀਂ ਸੀ। ਬੜੇ ਯਤਨ ਕੀਤੇ ਉਸਨੇ, ਬਹੁਤ ਉਸਨੇ ਇੱਧਰ ਉੱਧਰ ਬਹੁਤ ਕੀਤੇ, ਯਤਨ ਕੀਤੇ, ਦਵਾਈਆਂ ਵਗੈਰਾ, ਸਾਧੂਆਂ ਮਹਾਤਮਾ ਕੋਲ ਗਿਆ, ਪਰ ਉਸਦੇ ਸੰਤਾਨ ਨਹੀਂ ਹੋਈ। ਤੇ ਉਸਨੂੰ ਇੱਕ ਜੋਸ਼ੀ ਨੇ ਕਿਹਾ ਕਿ ਹੇ ਬਾਦਸ਼ਾਹ, ਜੇ ਆਪ ਸੰਤਾਂ ਦੀ ਸੇਵਾ ਕਰੋਗੇ ਤਾਂ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜ਼ਰੂਰ ਸੰਤਾਨ ਹੋਏਗੀ। ਤਾਂ ਉਸ ਵੇਲੇ ਰਾਜੇ ਨੇ ਨਦੀ ਦੇ ਕਿਨਾਰੇ ਇੱਕ ਬੜਾ ਵੱਡਾ ਆਸ਼ਰਮ ਬਣਵਾਇਆ। ਉੱਥੇ ਸਾਧੂ ਲੋਕ ਆਉਣ ਲੱਗ ਪਏ। ਆਪਣੀ ਰਾਣੀ ਸਮੇਤ ਉਹ ਰਾਜਾ ਅੰਨ ਪਾਣੀ ਬਸਤਰ ਆਦਿ ਕਈ ਚੀਜ਼ਾਂ ਲਿਜਾ ਕੇ ਸੰਤਾਂ ਦੀ ਸੇਵਾ ਕਰਨ ਲੱਗ ਪਿਆ। ਕਾਫੀ ਸਮੇਂ ਬਾਅਦ ਉਸਦੀ ਸੇਵਾ ਤੋਂ ਖੁਸ਼ ਹੋ ਕੇ ਇੱਕ ਮਹਾਤਮਾ ਨੇ ਪੁੱਛਿਆ ਕਿ ਇਹ ਬਾਦਸ਼ਾਹ, ਕਿ ਤੂੰ ਕਿਸ ਭਾਵਨਾ ਨਾਲ ਸੇਵਾ ਕਰਦਾ ਹੈ? ਤਾਂ ਰਾਜੇ ਨੇ ਝੋਲੀ ਅੱਡ ਕੇ ਕਿਹਾ, ਮਹਾਪੁਰਸ਼ੋ, ਆਪ ਜੀ ਦੀ ਕਿਰਪਾ ਨਾਲ ਮੇਰੇ ਕੋਲ ਸਭ ਕੁਝ ਹੈ। ਇਹ ਰਾਜ, ਧਨ ਦੌਲਤ ਸਭ ਕੁਝ ਹੈ, ਪਰ ਇੱਕ ਪੁੱਤਰ ਦੀ ਦਾਤ ਨਹੀਂ ਹੈ। ਤੁਸੀਂ ਕਿਰਪਾ ਕਰੋ ਇਹ ਘਰ ਵਿੱਚ ਇੱਕ ਬੂਟਾ ਲੱਗ ਜਾਏ। ਸੰਤਾਂ ਨੇ ਕਿਹਾ, ਰਾਜਨ ਫਿਕਰ ਨਾ ਕਰ, ਤੇਰੇ ਘਰ 2 ਪੁੱਤਰ ਹੋਣਗੇ, ਪਰ ਇੱਕ ਨੂੰ ਤੂੰ ਗ੍ਰਹਸਤੀ ਜੀਵਨ ਦੇ ਦੇਈਂ, ਬਣਾ ਕੇ ਰਾਜ ਭਾਗ ਦੇ ਦੇਈਂ, ਤੇ ਦੂਜੇ ਨੂੰ ਤੂੰ ਸਾਧੂ ਬਣਾ ਦੇਈਂ। ਤੇ ਉਹਨਾਂ ਨੂੰ
ਇੱਕ ਨੂੰ ਰਾਜ ਦੇ ਦੀ, ਇੱਕ ਨੂੰ ਸਾਧੂ ਬਣਾ ਦੀ, ਤੇ ਆਪ ਤੂੰ ਕੀ ਕਰੀ, ਆਪ ਰਾਜ ਭਾਗ ਸਾਰਾ ਦੇ ਦੋ ਕੇ ਜੀਵਨ ਮੁਕਤ ਹੋ ਕੇ ਵਿਚਾਰ ਕਰੀ, ਮਤਲਬ ਆਪਣੀ ਮੁਕਤ ਜੀਵਨ ਮੁਕਤ ਹੋ ਕੇ ਰਹੀ। ਤਾਂ ਉਸਨੇ ਸੰਤਾਂ ਦੇ ਵਰ ਦੇ ਕਰਕੇ ਸਮੇਂ ਦੇ ਅਨੁਸਾਰ ਰਾਜੇ ਦੇ ਘਰ 2 ਪੁੱਤਰ ਹੋਏ। ਉਸ ਦਿਨ ਤੋਂ ਰਾਜੇ ਦੇ ਮਨ ਵਿੱਚ ਸੰਤਾਂ 'ਤੇ ਬਹੁਤ ਸ਼ਰਧਾ ਹੋ ਗਈ ਤੇ ਰੋਜ਼ਾਨਾ ਸਤਸੰਗ ਕਰਨ ਲੱਗ ਗਿਆ, ਜਿਸ ਤੇ ਰਾਜੇ ਦੇ ਮਨ ਨੂੰ ਬਹੁਤ ਸ਼ਾਂਤੀ ਆਈ। ਪਰ ਉਸ ਸਾਧੂ ਨੇ ਕਿਹਾ ਸੀ ਕਿ ਇੱਕ ਨੂੰ ਰਾਜ ਦੇ ਦੀ, ਇੱਕ ਨੂੰ ਸਾਧੂ ਬਣਾ ਦੀ, ਉਹ ਵੀ ਉਸਨੇ ਕਰਤਾ। ਪਰ ਉਸਨੇ ਸਾਧੂ ਨੇ ਇਹ ਵੀ ਕਿਹਾ ਸੀ ਕਿ ਤੂੰ ਹੁਣ ਜੀਵਨ ਮੁਕਤ ਅਵਸਥਾ 'ਚ ਰਹੀਂ। ਤਾਂ ਉਸਨੂੰ ਹੁਣ ਉਸਦੇ ਅੰਦਰ ਇੱਕ ਤਾਂਘ ਬਣ ਗਈ ਕਿ ਇਹ ਜੀਵਨ ਮੁਕਤ ਅਵਸਥਾ ਮੈਂ ਕਿਸ ਤਰ੍ਹਾਂ ਪ੍ਰਾਪਤ ਕਰਾਂ। ਤਾਂ ਫਿਰ ਉਹ ਜੀਵਨ ਮੁਕਤ ਅਵਸਥਾ ਵਾਲੇ ਮਹਾਤਮਾ ਦੀ ਤਲਾਸ਼ ਕਰਨ ਲੱਗ ਪਿਆ। ਜੀਵਨ ਮੁਕਤ ਅਵਸਥਾ ਵਾਲੇ ਮਹਾਤਮਾ ਨੂੰ ਲੱਭਦਾ ਰਿਹਾ। ਜੀਵਨ ਮੁਕਤ ਅਵਸਥਾ ਵਾਲਾ ਕੌਣ ਹੁੰਦਾ ਹੈ? ਜੋ ਅਸੀਂ ਹੁਣੇ ਸਾਰੇ ਆਪਾਂ ਬਿਆਨ ਕੀਤੇ ਹਨ ਕਿ ਜੋ ਪ੍ਰਭੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ, ਉਹੀ ਜੀਵਨ ਮੁਕਤ ਹੁੰਦਾ ਹੈ। ਉਸ ਦੇ ਲਈ ਖੁਸ਼ੀ ਗਮੀ ਸਭ ਇੱਕ ਜਿਹੀ ਹੈ। ਉਸ ਦੇ ਲਈ ਉਸਦੇ ਅੰਦਰ ਇੱਕ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਸੋਨਾ ਮਿੱਟੀ ਸਭ ਇੱਕ ਜਿਹਾ ਹੈ। ਮਿੱਠਾ ਕੌੜਾ, ਮਾਨ ਅਭਿਮਾਨ, ਰੰਕ ਰਾਜਾਨ ਸਭ ਇੱਕੋ ਜਿਹੇ ਹਨ। ਇੱਥੇ ਗ੍ਰਹਿਸਥੀ ਜੀਵਨ ਵਿੱਚ, ਇਸ ਦੁਨੀਆ ਵਿੱਚ, ਸੰਸਾਰਿਕ ਦੁਨੀਆ ਵਿੱਚ ਰਹਿੰਦਾ ਹੋਇਆ ਵੀ ਉਹ ਜੀਵਨ ਮੁਕਤ ਹੈ। ਜੋ ਪ੍ਰਭੂ ਦੀ ਆਗਿਆ ਨੂੰ ਇਹ ਸੱਚ ਕਰਕੇ ਜਾਣਦਾ ਹੈ, ਉਹ ਜੀਵਨ ਮੁਕਤ ਹੈ। ਤਾਂ ਉਹ ਉਸ ਮਹਾਤਮਾ ਨੂੰ ਲੱਭਣ ਲੱਗ ਪਿਆ। ਤਾਂ ਉਸਨੂੰ ਤਾਂ ਲੋਕ ਕਹਿੰਦੇ ਕਿ ਇੱਕ ਮਹਾਤਮਾ ਹੈ, ਉਸਦਾ ਨਾਮ ਹੈ ਜੜ ਭਰਤ। ਉਸਦੇ ਵਿੱਚ ਜੀਵਨ ਮੁਕਤ ਅਵਸਥਾ ਦੇ ਸਾਰੇ ਗੁਣ ਹਨ। ਤਾਂ ਰਾਜੇ ਨੂੰ ਬਹੁਤ ਤਾਂਘ ਹੋਈ ਕਿ ਉਹ ਜੜ ਭਰਤ ਨਾਮੀ ਸੰਤਾਂ ਦੇ ਦਰਸ਼ਨ ਕਰਨ ਦੀ ਬਹੁਤ ਤਾਂਘ ਹੋਈ। ਤਾਂ ਉਸਨੇ ਆਪਣੇ ਇੱਕ ਬਾਗ ਦੇ ਵਿੱਚ ਉਸਦੀ ਇੱਕ ਨਿੰਮ ਦਾ ਦਰਖਤ ਲੱਗਾ ਹੋਇਆ ਸੀ। ਉਸਨੂੰ ਨਿਮੋਲੀਆਂ ਲੱਗੀਆਂ ਹੋਈਆਂ ਸਨ। ਨਿੰਮ ਦੇ ਦਰਖਤ ਨੂੰ ਜੋ ਫਰੂਟ ਫਲ ਲੱਗਦਾ ਹੈ, ਉਸਨੂੰ ਨਿਮੋਲੀਆਂ ਕਹਿੰਦੇ ਹਨ। ਉਹ ਕੌੜੀਆਂ ਹੁੰਦੀਆਂ ਹਨ। ਤਾਂ ਉਸਨੇ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਜਿਹੜਾ ਵੀ ਸੰਤ ਉਸਦੇ ਆਂਦਾ ਸੀ ਰਾਜ ਮਹਿਲ ਦੇ ਵਿੱਚ, ਉਸਨੂੰ ਕਹਿੰਦਾ ਸੀ ਕਿ ਇਸ ਬ੍ਰਿਸ਼ ਨੂੰ ਛੋਟੀਆਂ-ਛੋਟੀਆਂ ਅੰਬੀਆਂ ਲੱਗੀਆਂ ਹਨ। ਇਹ ਫਲ ਪੱਕਣ 'ਤੇ ਬਹੁਤ ਵੱਡੇ-ਵੱਡੇ ਅੰਬ ਬਣ ਜਾਂਦੇ ਹਨ। ਤੁਸੀਂ ਖਾ ਕੇ ਜਾਣਾ, ਜਲਦੀ ਨਾ ਜਾਣਾ। ਤੇ ਉਸਨੂੰ ਦੇਖ ਕੇ ਜੋ ਸਧਾਰਨ ਮਹਾਤਮਾ ਹੁੰਦੇ ਸਨ, ਉਹ ਕਹਿੰਦੇ ਕਿ ਹੇ ਰਾਜਨ, ਇਹ ਤਾਂ ਨਿੰਮ ਦਾ ਬ੍ਰਿਸ਼ ਹੈ, ਇਹ ਅੰਬ ਨਹੀਂ ਹਨ। ਤੇ ਫਿਰ ਰਾਜਾ ਸਮਝ ਲੈਂਦਾ ਸੀ ਕਿ ਇਹ ਜੜ ਭਰਤ ਮਹਾਤਮਾ ਨਹੀਂ ਹੈ। ਉਹ ਮਹਾਤਮਾ ਜਿਸ ਦਾ ਨਾਮ ਜੜ ਭਰਤ ਸੀ, ਉਹ ਨਹੀਂ ਹੈ, ਜੋ ਕਿ ਜੀਵਨ ਮੁਕਤ ਅਵਸਥਾ ਵਾਲਾ ਮਹਾਤਮਾ ਸੀ। ਤਾਂ ਰਾਜੇ ਨੇ ਉਸ ਬਾਗ ਵਿੱਚ ਇੱਕ ਤੋਤਾ ਵੀ ਰੱਖਿਆ ਹੋਇਆ ਸੀ, ਜੋ ਆਏ ਗਏ ਸੰਤਾਂ ਨੂੰ ਤੇ ਰਾਜੇ ਨੂੰ ਬੜੇ ਸਤਿਕਾਰ ਨਾਲ ਮਿੱਠੇ-ਮਿੱਠੇ ਵਚਨ ਸੁਣਾ ਕੇ ਪ੍ਰਸੰਨ ਕਰਦਾ ਸੀ। ਤੇ ਆਏ ਹੋਏ ਸੰਤਾਂ ਨੂੰ ਉਹ ਵੀ ਪੁੱਛਦਾ ਸੀ ਕਿ ਮੈਂ ਸੁਣਿਆ ਕਿ ਪ੍ਰਭੂ ਦਾ ਨਾਮ ਸਿਮਰਨ ਦੇ ਨਾਲ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ, ਪਰ ਮੇਰਾ ਤਾਂ ਲੋਹੇ ਦਾ ਪਿੰਜਰਾ ਹੈ ਜੋ ਮੇਰੇ ਵਾਸਤੇ ਬੰਧਨ ਹੈ। ਇਸ ਨੂੰ ਨਹੀਂ ਮੈਂ ਕੱਟ ਸਕਦਾ, ਤੇ ਮੈਨੂੰ ਕੋਈ ਯੁਕਤੀ ਦੱਸੋ ਕਿ ਮੈਂ ਇਹ ਬੰਧਨ ਮੇਰਾ ਟੁੱਟ ਜਾਏ। ਸਾਰੇ ਮਹਾਤਮਾ ਜੋ ਆਏ, ਉਹਨਾਂ ਨੇ ਆਪਣੀਆਂ ਯੁਕਤੀਆਂ ਦੱਸੀਆਂ, ਪਰ ਉਸ ਦਾ ਪਿੰਜਰਾ ਨਾ ਟੁੱਟਿਆ। ਆਖਰ ਇੱਕ ਦਿਨ ਫਿਰਦੇ ਫਿਰਦੇ ਜੜ ਭਰਤ ਨਾਮੀ ਮਹਾਤਮਾ ਵੀ ਉੱਥੇ ਆ ਗਏ, ਜੋ ਕਿ ਅਸਲੀ ਜੋ ਮਹਾਤਮਾ ਸਨ, ਜੀਵਨ ਮੁਕਤ ਅਵਸਥਾ ਵਾਲੇ ਲੱਛਣਾਂ ਵਾਲੇ ਮਹਾਤਮਾ ਸਨ, ਜਿਨ੍ਹਾਂ ਨੇ ਉਹ ਜੀਵਨ ਮੁਕਤ ਅਵਸਥਾ ਪਾ ਲਈ ਸੀ। ਉਹ ਮਹਾਤਮਾ ਵੀ ਆ ਗਏ। ਤੋ ਜਿਸ ਵੇਲੇ ਉਹ ਬਾਗ ਦੇ ਅੰਦਰ ਵੜੇ, ਤਾਂ ਤੋਤੇ ਨੇ ਬੜੇ ਮਿੱਠੇ-ਮਿੱਠੇ ਬੋਲਾਂ ਨਾਲ ਸਤਿਕਾਰ ਕੀਤਾ ਤੇ ਕਿਹਾ, ਮਹਾਰਾਜ ਜੀ, ਕੋਈ ਯੁਕਤੀ ਦੱਸੋ ਕਿ ਇਹ ਲੋਹੇ ਦਾ ਪਿੰਜਰਾ ਟੁੱਟ ਜਾਏ। ਸੰਤਾਂ ਨੇ ਕਿਹਾ ਕਿ ਆਪਣੀਆਂ ਮਨ ਦੀਆਂ ਇੰਦਰਾਂ ਨੂੰ ਰੋਕ ਕੇ, ਇੰਦਰੀਆਂ ਜੋ ਸਾਹ ਚੱਲ ਰਿਹਾ ਹੈ ਉਸ ਨੂੰ ਰੋਕ ਕੇ ਮੁਰਦੇ ਵਾਂਗ ਲੰਮਾ ਪੈ ਜਾ, ਤੇ ਤੇਰੇ ਪਿੰਜਰਾ ਜੋ ਹੈ ਉਹ ਟੁੱਟ ਜਾਏਗਾ। ਤੋ ਉਹ ਤੋਤਾ ਤਾਂ ਅੱਗੇ ਹੀ ਰਾਮ ਰਾਮ ਬਹੁਤ ਜਪਦਾ ਸੀ, ਉਸਦਾ ਹਿਰਦਾ ਤਾਂ ਅੱਗੇ ਹੀ ਸ਼ੁੱਧ ਸੀ। ਤੋ ਸੰਤਾਂ ਦੇ ਵਚਨ ਦੇ ਅਨੁਸਾਰ ਉਸਨੇ ਆਪਣੇ ਮਨ ਇੰਦਰੀਆਂ ਨੂੰ ਕਾਬੂ ਕਰ ਲਿਆ ਤੇ ਉਹ ਲੰਮਾ ਪੈ ਗਿਆ। ਇਤਨੇ ਨੂੰ ਰਾਜਾ ਆ ਗਿਆ ਤੇ ਤੋਤੇ ਨੇ ਪਹਿਲਾਂ ਵਾਂਗ ਮਿੱਠੇ ਬਚਨ ਬੋਲ ਕੇ ਸਤਿਕਾਰ ਨਾ ਕੀਤਾ। ਤਾਂ ਰਾਜੇ ਨੇ ਮਾਲੀ ਨੂੰ ਪੁੱਛਿਆ, ਤੋਤਾ ਕਿੱਥੇ ਹੈ, ਬੋਲਦਾ ਨਹੀਂ।
ਮਾਲੀ ਨੇ ਦੇਖ ਕੇ ਕਿਹਾ ਉਹ ਤਾਂ ਮਰਿਆ ਪਿਆ ਹੈ। ਤੇ ਰਾਜੇ ਨੇ ਉਸ ਉਸ ਪਿੰਜਰੇ ਨੂੰ ਆਪਣੇ ਕੋਲ ਮੰਗਵਾ ਕੇ ਤੋਤੇ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਤੇ ਉਸ 'ਤੇ ਹੱਥ ਫੇਰਿਆ, ਉਸ 'ਤੇ ਗੁਲਾਬ ਜਲ ਵੀ ਛਿੜਕਿਆ, ਪਰ ਤੋਤੇ ਨੇ ਅੱਖ ਨਾ ਖੋਲ੍ਹੀ। ਤਾਂ ਰਾਜੇ ਨੇ ਕਿਹਾ, ਇਸ ਨੂੰ ਬਾਹਰ ਖੁੱਲ੍ਹੀ ਹਵਾ ਵਿੱਚ ਰੱਖ ਦਿਓ, ਸ਼ਾਇਦ ਠੀਕ ਹੋ ਜਾਏਗਾ। ਜਿਸ ਵੇਲੇ ਤੋਤੇ ਨੂੰ ਖੁੱਲ੍ਹੀ ਹਵਾ ਵਿੱਚ ਰੱਖ ਕੇ ਸਾਰੇ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ, ਤਾਂ ਤੋਤੇ ਨੇ ਮੌਕਾ ਵੇਖਿਆ ਕਿ ਹੁਣ ਮੇਰੇ ਪਾਸ ਕੋਈ ਆਦਮੀ ਨਹੀਂ ਹੈ। ਉਹ ਇੱਕਦਮ ਉੱਡ ਕੇ ਉਸ ਦਰਖਤ ਦੀ ਉੱਚੀ ਟਾਹਣੀ 'ਤੇ ਜਾ ਬੈਠਾ ਤੇ ਜੜ ਭਰਤ ਮਹਾਤਮਾ ਦਾ ਬਹੁਤ ਧੰਨਵਾਦ ਕੀਤਾ ਕਿ ਇਹਨਾਂ ਮਹਾਂਪੁਰਸ਼ਾਂ ਦੇ ਵਚਨਾਂ ਅਨੁਸਾਰ ਜੋ ਇਹਨਾਂ ਜੁਗਤੀ ਦੱਸੀ ਹੈ, ਮੇਰੀ ਮੁਕਤੀ ਹੋ ਗਈ। ਤੇ ਇਸ ਗੱਲ ਦਾ ਜਦੋਂ ਪਤਾ ਰਾਜੇ ਨੂੰ ਲੱਗਾ ਤਾਂ ਉਹ ਵੀ ਸੰਤਾਂ ਦੇ ਚਰਨੀ ਆ ਪਿਆ। ਤਾਂ ਉਹਨਾਂ ਨੂੰ ਵੀ ਉਸ ਮਹਾਤਮਾ ਨੂੰ ਵੀ ਰਾਜੇ ਨੇ ਕਿਹਾ, ਇਹ ਅੰਬ ਦੇ ਬ੍ਰਿਸ਼ ਦਰਖਤ ਹਨ, ਇਸ ਦੇ ਫਲ ਪੱਕ ਕੇ ਸੇਰ ਦੇ ਹੋ ਜਾਂਦੇ ਹਨ, ਬੜੇ ਮਿੱਠੇ ਹੋ ਜਾਂਦੇ, ਤੁਸੀਂ ਫਲ ਖਾ ਕੇ ਜਾਣਾ। ਤੇ ਜੇ ਸਧਾਰਨ ਮਹਾਤਮਾ ਆਉਂਦੇ ਸਨ, ਉਹ ਤਾਂ ਕਹਿੰਦੇ ਸਨ ਕਿ ਨਹੀਂ ਨਹੀਂ, ਇਹ ਤਾਂ ਨਿੰਮ ਦਾ ਹੈ ਤੇ ਅਸੀਂ ਕੋਈ ਮੂਰਖ ਥੋੜ੍ਹੀ ਹਾਂ, ਤੂੰ ਇਸਨੂੰ ਅੰਬ ਦਾ ਕਹਿ ਰਹੇ ਹਾਂ। ਤੇ ਜੜ ਭਰਤ ਨੇ ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਨਹੀਂ ਜਾਵਾਂਗਾ। ਮਤਲਬ ਕਿ ਇਸ ਜੜ ਭਰਤ ਦੇ ਵਿੱਚ ਉਹ ਕੀ ਲੱਛਣ ਸਨ ਕਿ ਉਹ ਕੋੜੇ ਤੇ ਮਿੱਠੇ ਨੂੰ ਇੱਕੋ ਜਿਹਾ ਸਮਝਦੇ ਹਨ। ਜੋ ਮਹਾਤਮਾ ਹਨ, ਜੋ ਜਿਸ ਨੇ ਜੀਵਨ ਮੁਕਤ ਦੀ ਅਵਸਥਾ ਪ੍ਰਾਪਤ ਕਰ ਲਈ ਹੈ, ਉਹ ਕੋੜਾ ਤੇ ਮਿੱਠਾ ਉਸਨੂੰ ਇੱਕੋ ਤਰ੍ਹਾਂ ਹੀ ਸਮਝਦੇ ਹਨ। ਤਾਂ ਫਿਰ ਉਸ ਮਹਾਤਮਾ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਨੂੰ ਜਾਣ ਦੀ ਕੋਈ ਕਾਹਲੀ ਨਹੀਂ। ਤੇ ਰਾਜਾ ਨੇ ਅਨੇਕ ਪ੍ਰਕਾਰ ਦੀ ਪ੍ਰੀਖਿਆ ਲਈ, ਪਰ ਸੰਤਾਂ ਦਾ ਮਨ ਜਿਹੜਾ ਉਹ ਨਹੀਂ ਡੋਲਿਆ। ਹੋਰ ਵੀ ਉਸਨੇ ਕਈ ਪ੍ਰੀਖਿਆਵਾਂ ਲਈਆਂ, ਪਰ ਸੰਤਾਂ ਦਾ ਮਨ ਅਡੋਲ ਹੀ ਰਿਹਾ। ਤਾਂ ਅਖੀਰ ਰਾਜਾ ਨੂੰ ਪਤਾ ਲੱਗ ਗਿਆ ਕਿ ਇਹੀ ਅਸਲੀ ਜਿਹੇ ਜੀਵਨ ਮੁਕਤ ਅਵਸਥਾ ਵਾਲੇ ਮਹਾਤਮਾ ਹਨ। ਤਾਂ ਉਹ ਉਹਨਾਂ ਦੇ ਪੈਰੀ ਪੈ ਗਿਆ ਤੇ ਕਹਿਣ ਲੱਗਾ ਕਿ ਹੇ ਮਹਾਤਮਾ, ਮੈਨੂੰ ਵੀ ਅਜਿਹੀ ਜੁਗਤੀ ਦੱਸੋ ਕਿ ਮੈਂ ਘਰ ਵਿੱਚ ਰਹਿ ਕੇ ਵੀ ਸੁੱਖ ਆਵੇ ਦੁੱਖ ਆਵੇ, ਮੈਂ ਵੀ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਾਂ, ਕਿ ਇਹ ਹਰਖ ਸੋਗ ਮਤਲਬ ਖੁਸ਼ੀ ਗਮੀ ਇਸ ਦਾ ਮੇਰੇ 'ਤੇ ਕੋਈ ਅਸਰ ਨਾ ਹੋਵੇ, ਕੌੜਾ ਮਿੱਠਾ ਚੰਗਾ ਮਾੜਾ ਇਸ ਦਾ ਕੋਈ ਅਸਰ ਨਾ, ਮੈਂ ਇਸ ਤੋਂ ਮੁਕਤ ਹੋ ਜਾਵਾਂ, ਮੈਂ ਇੱਥੇ ਰਹਿ ਕੇ ਵੀ ਮੈਂ ਇਸ ਤੋਂ ਮੁਕਤ ਹੋਵਾਂ, ਮੈਨੂੰ ਵੀ ਇਹੋ ਜਿਹੀ ਜੁਗਤੀ ਦੱਸੋ। ਤਾਂ ਉਹ ਜੜ ਭਰਤ ਨਾਮੀ ਸੰਤਾਂ ਨੇ ਕਿਹਾ, ਹੇ ਰਾਜਨ, ਕਿ ਸਾਡੇ ਅੰਦਰ ਇੱਕ 3 ਗੁਣ ਹਨ, ਉਹ ਮਤਲਬ ਅਵਗੁਣ ਹੀ ਕਹਿ ਲਓ ਤੁਸੀਂ, ਕਿ ਉਸ ਨੂੰ ਤਿਆਗ ਦੇ ਉਹੀ ਸਾਨੂੰ ਬਾਕੀ ਦੁਨੀਆ ਨਾਲ ਉਸ ਦਾ ਸੰਬੰਧ ਰੱਖਦੇ ਹਨ। ਉਹ ਸਾਨੂੰ ਆਪਣੇ ਆਤਮਾ ਨਾਲ ਜੋ ਆਤਮਿਕ ਸੰਬੰਧ ਹੈ ਉਹ ਸਾਡਾ ਤੋੜ ਦਿੰਦੇ ਹਨ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ, ਕਿ ਉਦਾਹਰਨ ਦਿੱਤੀ ਕਿ ਜਿਵੇਂ ਬਦਾਮ ਰੋਗਨ ਹੈ, ਬਦਾਮਾਂ ਦਾ ਤੇਲ, ਬਦਾਮ ਰੋਗਨ ਅਸੀਂ ਵਰਤਦੇ ਹਾਂ। ਤਾਂ ਬਦਾਮ ਰੋਗਨ ਦਾ ਬਦਾਮਾਂ ਦੇ ਬੂਟੇ ਨਾਲ, ਪੱਤੇ, ਟਾਹਣੀਆਂ, ਫਲਾਂ ਫੁੱਲਾਂ ਨਾਲ ਕੋਈ ਸੰਬੰਧ ਨਹੀਂ ਹੈ। ਮਤਲਬ 3 ਚੀਜ਼ਾਂ ਨਾਲ ਉਸਦਾ ਕੋਈ ਸੰਬੰਧ, ਨਾ ਬੂਟੇ ਨਾਲ ਸੰਬੰਧ ਹੈ ਬਦਾਮ ਰੋਗਨ ਦਾ, ਨਾ ਟਾਹਣੀਆਂ ਨਾਲ, ਨਾ ਫਲਾਂ ਫੁੱਲਾਂ ਨਾਲ। ਠੀਕ ਹੈ। ਤਾਂ ਉਸੇ ਤਰ੍ਹਾਂ ਬਦਾਮ ਦਾ ਜਿਹੜਾ ਉੱਪਰਲਾ ਛਿਲਕਾ ਤੋੜ ਕੇ ਅੰਦਰਲੀ ਗਿਰੀ ਨੂੰ ਕੁੰਡੇ ਵਿੱਚ ਰਗੜ ਕੇ ਉਸ 'ਚੋਂ ਬਦਾਮ ਰੋਗਨ ਕੱਢਦੇ ਹਾਂ, ਅਤੇ ਬਾਕੀ ਦਾ ਸਪੋਕ ਸਭ ਸੁੱਟ ਦੇਈਦਾ। ਤਾਂ ਉਸਦੇ ਇਹ 3 ਗੁਣ ਜੋ ਇਸਦੇ 3 ਹੈ, ਸਰੀਰ ਜੋ ਉਸਦੇ ਬੂਟੇ ਪੱਤੇ ਟਾਹਣੀਆਂ ਫਲ ਫੁੱਲ, ਇਹ ਸਭ ਉਸਦੇ ਲਈ ਬੇਕਾਰ ਹਨ। ਬਦਾਮ ਰੋਗਨ ਲਈ ਉਸਦੇ ਅੰਦਰ ਕੀ ਹੈ, ਇੱਕ ਤੇਲ ਛਿਪਿਆ ਹੋਇਆ ਹੈ। ਠੀਕ ਹੈ। ਉਸ ਬਦਾਮ ਰੋਗਨ ਇਹ ਬਾਕੀ ਦੇ ਚੀਜ਼ ਬੰਧਨ ਰੂਪ ਹੈ। ਫੋਗ ਨੇ ਬਾਕੀ ਦਾ ਜੋ ਬਾਹਰ ਦੀ ਕਵਰ ਹੈ, ਉਸਨੇ ਬਦਾਮ ਰੋਗਨ ਨੂੰ ਛਿਪਾ ਕੇ ਰੱਖਿਆ ਹੋਇਆ ਹੈ। ਇਹ ਫੋਗ ਜੋ ਹੈ ਬਾਹਰ ਦਾ ਹਿੱਸਾ, ਬਦਾਮ ਰੋਗਨ ਦਾ ਇੱਕ ਬੰਧਨ ਰੂਪ ਹੈ। ਠੀਕ ਹੈ। ਇਸੇ ਤਰ੍ਹਾਂ ਫੋਗ ਰੂਪੀ ਸਾਡੇ ਸਰੀਰ ਦੇ ਵਿੱਚ ਵੀ ਕੁਝ ਬੰਧਨ ਹਨ, 3 ਬੰਧਨ ਹਨ। ਉਸਨੇ ਸਾਡੇ ਅੰਦਰਲਾ ਜੋ ਸਰੂਪ ਹੈ, ਜਿਵੇਂ ਬਦਾਮਾਂ ਦਾ ਅੰਦਰਲਾ ਸਰੂਪ ਹੈ ਬਦਾਮ ਰੋਗਨ, ਉਸਦਾ ਅਸਲੀ ਚੀਜ਼ ਕੀ ਹੈ, ਬਦਾਮ ਰੋਗਨ, ਬਦਾਮ ਦਾ ਤੇਲ। ਬਾਹਰ ਕੀ ਹੈ, ਸਾਰਾ ਫੋਗ, ਜੋ ਉਸਦੇ ਛਿੱਲੜਾਂ ਕਵਰ ਟਹਿਣੀਆਂ ਫੁੱਲ ਫਲ, ਇਹ ਸਭ
ਉਸਦੇ ਬੰਧਨ ਹਨ। ਉਸ ਤਰ੍ਹਾਂ ਸਾਡੇ ਸਰੀਰ ਦੀ ਆਤਮਾ ਜੋ ਹੈ ਉਹ ਸਾਡੇ ਸਰੀਰ ਦਾ ਇੱਕ ਬਦਾਮ ਰੋਗਨ ਹੈ। ਸਾਡੇ ਸਰੀਰ ਦੇ ਅੰਦਰਲੀ ਅੰਦਰੂਨੀ ਆਤਮਾ ਉਹ ਬਦਾਮ ਰੋਗਨ ਹੈ। ਤੋਂ ਬਾਹਰ ਜਿੰਨੇ ਵੀ ਸਾਡੇ ਸਰੀਰ ਨੂੰ ਬੰਧਨਾਂ, 3 ਬੰਧਨ ਸਾਡੇ ਸਰੀਰ ਨੂੰ ਲੱਗੇ ਹੋਏ ਹਨ, ਜਿਵੇਂ ਕਿ ਮਾਤਾ ਪਿਤਾ, ਇਸਤਰੀ ਪੁੱਤਰ, ਠੀਕ ਹੈ। ਇਹ ਸਾਰੇ ਇਹ ਮਮਤਾ ਦਾ ਬੰਧਨ ਹੈ। ਇਹ ਨਾਸਵੰਤ ਹੈ, ਕਿਉਂਕਿ ਇਹ ਸਾਡੇ ਸੰਬੰਧੀ ਨਹੀਂ ਹਨ, ਸਾਡੇ ਆਤਮਾ ਦੇ ਸੰਬੰਧੀ ਨਹੀਂ ਹਨ, ਇਹ ਸਾਡੇ ਸਰੀਰ ਦੇ ਸੰਬੰਧੀ ਹਨ। ਮਾਤਾ ਪਿਤਾ, ਇਸਤਰੀ ਪੁੱਤਰ, ਇਹ ਸਾਰੇ ਮੋਹ ਮਾਇਆ, ਇਹ ਸੰਬੰਧ ਹੈ ਸਰੀਰ ਦਾ, ਤੁਹਾਡੇ ਸਰੀਰਿਕ ਸੰਬੰਧ ਹਨ। ਇਸ ਨੂੰ ਤਿਆਗ ਕੇ ਫਿਰ ਸਰੀਰ ਦੀ ਮਮਤਾ ਨੂੰ ਵੀ ਛੱਡ ਦੇ, ਇਸ ਨੂੰ ਤਿਆਗ ਦੋ। ਤੇ ਫਿਰ ਆਪਣੇ ਸਰੀਰ ਤੇ ਬਹੁਤ ਫਖਰ ਕਰਦੇ ਹਾਂ, ਸ਼ੀਸ਼ੇ ਵਿੱਚ ਦੇਖਦੇ ਹਾਂ ਕਿ ਅਸੀਂ ਬਹੁਤ ਸੋਹਣੇ ਲੱਗ ਰਹੇ ਹਾਂ। ਇਹ ਸਾਡੇ ਸਰੀਰ ਦੀ ਮਮਤਾ ਹੈ ਕਿ ਸਾਨੂੰ ਆਪਣੇ ਸਰੀਰ ਦੇ ਨਾਲ ਮੋਹ ਹੈ, ਇਸ ਨੂੰ ਵੀ ਛੱਡ ਦਿਓ, ਠੀਕ ਹੈ। ਤੇ ਫਿਰ ਸਾਡੀ ਆਤਮਿਕ ਮਾਇਆ, ਜੋ ਸਾਡੇ ਮਾਇਆ ਹੈ, ਇਸ ਮਾਇਆ ਨੂੰ ਵੀ ਸਾਨੂੰ ਜਕੜਿਆ ਹੋਇਆ ਹੈ, ਠੀਕ ਹੈ। ਉਹ ਸਭ ਇਹ ਜੋ ਬਾਹਰ ਸਾਨੂੰ ਜਕੜ ਕੇ ਰੱਖਦੇ ਹਨ, ਇਹ ਬੰਧਨ, ਇਹਨਾਂ ਨੂੰ ਤਿਆਗ ਦਿਓ, ਠੀਕ ਹੈ। ਤੇ ਆਤਮਾ ਇਸ ਡੰਡੇ ਕੁੰਡੇ, ਸ਼ੁਭ ਵਿਚਾਰ ਰੂਪ, ਡੰਡਾ ਕੁੰਡਾ ਕੀ ਹੈ? ਸ਼ੁਭ ਵਿਚਾਰ। ਜਿੱਦਾਂ ਅਸੀਂ ਉੱਥੇ ਅੰਦਰਲੇ ਜੋ ਬਦਾਮ ਹੈ ਉਸ ਨੂੰ ਡੰਡੇ ਕੁੰਡੇ ਨਾਲ ਰਗੜ ਕੇ ਬਦਾਮ ਰੋਗਨ ਬਣਾਇਆ ਨਾ, ਉਸੇ ਤਰ੍ਹਾਂ ਸ਼ੁਭ ਵਿਚਾਰਾਂ ਨਾਲ, ਵਿਚਾਰ ਰੂਪੀ ਕੀ ਹੈ? ਡੰਡਾ ਕੁੰਡਾ, ਤੇ ਆਤਮਾ ਰੂਪੀ ਕੀ ਹੈ? ਬਦਾਮ ਰੋਗਨ। ਉਸ ਨੂੰ ਕੱਢ ਕੇ ਹੀ ਅਸੀਂ ਇਸ ਬੰਧਨ ਮੁਕਤ ਹੋ ਸਕਦੇ ਹਾਂ। ਉਸ ਨੂੰ ਜੋ ਅਸੀਂ ਬਾਹਰਲੇ ਬੰਧਨਾਂ ਨੂੰ ਤੋੜ ਦਾਂਗੇ, ਉਸ ਤਾਂ ਸਾਡੇ ਲਈ ਜੋ ਅੰਦਰਲਾ, ਫਿਰ ਸਾਨੂੰ ਆਪਣੇ ਆਤਮਿਕ ਗੁਣਾਂ ਦੇ ਦਰਸ਼ਨ ਹੋਣਗੇ, ਠੀਕ ਹੈ। ਤੇ ਫਿਰ ਉਸ ਟਾਈਮ ਸਾਡਾ ਜੀਵਨ ਨਿਸ਼ਚੇ ਰੂਪ ਵਿੱਚ ਜੀਵਨ ਮੁਕਤ ਹੋ ਜਾਏਗਾ। ਤਾਂ ਫਿਰ ਜੜ ਭਰਤ ਨਾਮੀ ਮਹਾਤਮਾ ਦੇ ਉਪਦੇਸ਼ ਸੁਣ ਕੇ ਰਾਜਾ ਤਿੰਨਾਂ ਗੁਣਾਂ ਨੂੰ ਤਿਆਗ ਕੇ ਉਹ ਸੁੱਖ ਦੁੱਖ ਵਿੱਚ ਵੀ ਉਸਨੂੰ ਸਮ ਹੋ ਕੇ ਰਹਿਣ ਲੱਗ ਪਿਆ। ਮਤਲਬ ਕਿ ਉਹ ਉੱਥੇ ਰਹਿੰਦਾ ਹੋਇਆ ਵੀ ਉਸਨੇ ਆਪਣੀ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲਿਆ। ਕਹਿੰਦੇ ਜੋ ਵਰਤਾਏ ਸਾਈ ਜੁਗਤ, ਜੋ ਵੀ ਸਾਡੇ ਸੱਚੇ ਪਾਤਸ਼ਾਹ ਜੀ ਵਰਤਾਉਂਦੇ ਹਨ ਸਾਡੇ ਜੀਵਨ ਵਿੱਚ, ਚੰਗਾ ਮਾੜਾ ਜੋ ਵੀ ਉਸਨੇ ਸਾਡੇ ਜ਼ਿੰਦਗੀ 'ਚ ਵਰਤਾਉਂਦੇ ਹਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਜੋ ਉਸਨੂੰ ਸਮ ਕਰਕੇ ਜਾਣਦਾ ਹੈ, ਖੁਸ਼ੀ ਨੂੰ ਵੀ ਗਮੀ ਨੂੰ ਇੱਕ ਹੀ ਉਸ ਜਾਣਦਾ, ਸਮ ਕਰਕੇ ਜਾਣਦਾ ਹੈ, ਉਹ ਜੋ ਪ੍ਰਭੂ ਦੇ ਕੀਤੇ ਹੋਏ ਨੂੰ ਜ਼ਿੰਦਗੀ ਵਾਸਤੇ ਠੀਕ ਮੰਨਦਾ ਹੈ, ਕਿ ਜੋ ਪ੍ਰਭੂ ਨੇ ਕੀਤਾ ਹੈ ਉਸ ਨੂੰ ਠੀਕ ਮੰਨਦਾ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਉਹ ਮਨੁੱਖ ਜੀਵਨ ਮੁਕਤ ਕਿਹਾ ਜਾਂਦਾ ਹੈ। ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਓ। ਸਾਰੇ ਥਾਂ ਉਸ ਪਾਰ ਬ੍ਰਹਮ ਦੇ ਹਨ, ਜਿਤ ਜਿਤ ਰਾਖੇ ਤੈਸਾ ਤਿਨ ਨਾਓ। ਜਿਸ ਜਿਸ ਰੂਪ ਵਿੱਚ ਕਿਸੇ ਨੂੰ ਮਨੁੱਖ ਬਣਾਇਆ ਹੈ, ਪਸ਼ੂ ਪੰਛੀ ਬਣਾਇਆ ਹੈ, ਜਿਸ ਜਿਸ ਰੂਪ ਵਿੱਚ ਜੀਵ ਨੂੰ ਰੱਖਦਾ ਹੈ, ਵੈਸਾ ਹੀ ਉਸ ਦਾ ਨਾਮ ਪੈ ਜਾਂਦਾ ਹੈ। ਤੈਸਾ ਤਿਨ ਨਾਓ, ਉਸ ਦਾ ਨਾਮ ਉਸੇ ਤਰ੍ਹਾਂ ਹੀ ਪੈ ਜਾਂਦਾ ਹੈ। ਆਪੇ ਕਰਨ ਕਰਾਵਨ ਜੋ ਪ੍ਰਭ ਪਾਵੇ ਸੋਈ ਫੁਨ ਹੋ। ਉਹ ਆਪ ਹੀ ਸਭ ਕਰਨ ਅਤੇ ਕਰਵਾਉਣ ਦੀ ਤਾਕਤ ਰੱਖਦਾ ਹੈ। ਆਪੇ ਕਰਨ ਕਰਾਵਨ ਜੋ ਪ੍ਰਭ ਪਾਵੇ ਸੋਈ ਫੁਨ ਹੋ। ਜੋ ਉਸ ਪ੍ਰਭੂ ਨੂੰ ਠੀਕ ਲੱਗਦਾ ਹੈ ਉਹੀ ਆਖਰ ਹੁੰਦਾ ਹੈ। ਪ੍ਰਭ ਪਾਵੇ ਸੋਈ ਫੁਨ ਹੋ, ਜੋ ਉਸ ਪ੍ਰਭੂ ਨੂੰ ਠੀਕ ਲੱਗਦਾ ਉਹੀ ਹੁੰਦਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ, ਉਹ ਆਪ ਹੀ ਅਨੇਕਾਂ ਲਹਿਰਾਂ ਰੂਪ ਹੋ ਕੇ ਸਾਰੇ ਪਾਸੇ ਪਸਰ ਰਿਹਾ ਹੈ। ਪਸਰਿਓ ਆਪ ਹੀ ਵਿਚਰ ਰਿਹਾ ਹੈ। ਅਨੰਤ ਤਰੰਗ, ਅਨੇਕਾਂ ਰੂਪ, ਅਨੇਕਾਂ ਲਹਿਰਾਂ ਰੂਪ ਹੋ ਕੇ ਸਾਰੇ ਪਾਸੇ ਪਸਰ ਰਿਹਾ ਹੈ। ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਲਖੇ ਮਨੇ ਦੇਖੇ, ਸਮਝੇ ਨਹੀਂ ਜਾ ਸਕਦੇ। ਉਹ ਪਾਰ ਬ੍ਰਹਮ ਦੇ ਰੰਗ ਤਮਾਸ਼ੇ ਜਾਣੇ ਨਹੀਂ ਜਾ ਸਕਦੇ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ਼। ਜਿਹੋ ਜਿਹੀ ਉਹ ਅਕਲ ਦਿੰਦਾ ਹੈ ਉਹੋ ਜਿਹੀ ਕਾਰ ਜੀਵ ਕਰਦਾ, ਉਹੋ ਜਿਹੇ ਕੰਮ ਹੀ ਕਰਦਾ ਹੈ ਜੀਵ। ਜੈਸੀ ਮਤ ਦੇ ਤੈਸਾ ਪ੍ਰਗਾਸ, ਜਿਸ ਤਰ੍ਹਾਂ ਦੀ ਉਹ ਮੱਤ ਦਿੰਦਾ ਹੈ ਉਸੇ ਤਰ੍ਹਾਂ ਜੀਵ ਕਰਦਾ ਹੈ। ਪਾਰ ਬ੍ਰਹਮ ਕਰਤਾ ਅਬਿਨਾਸ਼, ਉਹ ਪਾਰ ਬ੍ਰਹਮ ਸਾਰੇ ਸੰਸਾਰ ਦਾ ਕਰਤਾ ਹੈ, ਰਚਨਹਾਰ ਹੈ। ਅਬਿਨਾਸ਼ ਹੈ, ਉਹ ਮੌਤ ਤੋਂ ਪਰੇ ਹੈ। ਸਦਾ 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 ਦਿਆਲ, ਉਹ ਸਦਾ ਹੀ ਜੀਵਾਂ ਉੱਤੇ ਦਇਆ ਕਰਨ ਵਾਲਾ ਹੈ। ਸਦਾ 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 ਦਿਆਲ, ਜੀਵਾਂ ਉੱਤੇ ਉਹ ਦਇਆ ਕਰਨ ਵਾਲਾ ਹੈ। ਸਿਮਰ ਸਿਮਰ ਨਾਨਕ ਭਏ ਨਿਹਾਲ, ਉਹ ਉਸ ਨੂੰ ਸਿਮਰ ਸਿਮਰ ਕੇ ਹੀ ਜੀਵ ਨਿਹਾਲ ਹੋ ਜਾਂਦੇ ਹਨ।
ਉਸ ਪ੍ਰਭੂ ਪਰਮੇਸ਼ਵਰ ਨੂੰ ਸਿਮਰ ਕੇ ਹੀ ਜੀਵ ਨਿਹਾਲ ਹੋ ਜਾਂਦੇ ਹਨ, ਬੰਧਨ ਮੁਕਤ ਹੋ ਜਾਂਦੇ ਹਨ, ਉਹਨਾਂ ਨੂੰ ਸੱਚੀ ਸੁੱਚੀ ਅਵਸਥਾ ਹਾਸਲ ਹੋ ਜਾਂਦੀ ਹੈ। ਅੱਜ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਅਗਲੀ ਅਸ਼ਟਪਦੀ ਦੀ ਅਸੀਂ ਫਿਰ ਕੰਟੀਨਿਊ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।